ਹੈਲੋ ਐਂਡ ਵੈਲਕਮ ਟੂ ਦਿੱਲੀ ਆਈਐਸ ਪਟਿਆਲਾ ਪਾਵਰ ਅਪ ਅਕੈਡਮੀ। ਅੱਜ ਦੀ ਇਸ ਵੀਡੀਓ 'ਚ ਆਪਾਂ ਗੱਲ ਕਰਾਂਗੇ ਯੂਨੀਫਾਰਮ ਸਿਵਲ ਕੋਡ ਦੇ ਬਾਰੇ। ਠੀਕ ਹੈ ਜੀ। ਟੁਡੇ ਆਮ ਗੋਇੰਗ ਟੂ ਟਾਕ ਅਬਾਊਟ ਦ ਯੂਨੀਫਾਰਮ ਸਿਵਲ ਕੋਡ ਔਰ UCC। ਠੀਕ ਹੈ ਜੀ। ਇਹ ਇੱਕ ਪ੍ਰਪੋਜ਼ਲ ਹੈ, ਇਹ ਇੱਕ ਸਿਸਟਮ ਹੈ ਕਿਸ ਚੀਜ਼ ਦਾ, ਟੂ ਹੈਵ ਅ ਕਾਮਨ ਸੈਟ ਆਫ ਲਾਜ਼ ਫॉर ਆਲ ਸਿਟੀਜ਼ਨਸ ਆਫ ਇੰਡੀਆ। ਠੀਕ ਹੈ ਜੀ। ਇਹ ਕੀ ਮਤਲਬ ਨੇ, ਦੇਖੋ ਕਾਮਨ ਲਾਜ਼। ਠੀਕ ਹੈ ਜੀ। ਕਾਮਨ ਲਾਜ਼ ਮਤਲਬ ਕੀ ਹੋਇਆ ਵੀ ਜਿਹੜੇ ਕਾਨੂੰਨ ਨੇ, ਲਾਜ਼, ਉਹ ਸਭ ਸਿਟੀਜ਼ਨਸ ਲਈ, ਸਭ ਨਾਗਰਿਕਾਂ ਲਈ ਕਾਮਨ ਹੋਣ, ਯਾਨੀ ਕਿ ਸੇਮ ਹੋਣ। ਹੁਣ ਆਪਾਂ ਕਵਾਂਗੇ ਕਿ ਉਹ ਤਾਂ ਪਹਿਲਾਂ ਹੀ ਸੇਮ ਨੇ, ਕਿ ਉਹ ਸੇਮ ਨਹੀਂ ਹੈਗੇ, ਤਾਂ ਆਨਸਰ ਹੈ ਕਈ ਐਸਪੈਕਟਸ ਸੇਮ ਨੇ, ਬਟ ਇਨ ਮੈਨੀ ਐਸਪੈਕਟਸ ਜਿਹੜਾ ਕਿ ਰਿਲੀਜਨ ਹੈ ਨਾ, ਧਰਮ ਕਹਿੰਦੇ ਆਪਾਂ ਜਿਹਨੂੰ ਰਿਲੀਜਨ ਉਸ ਦੇ ਅਕੋਰਡਿੰਗ ਉਹ ਲਾਜ਼ ਚੇਂਜ ਹੁੰਦੇ ਨੇ। ਠੀਕ ਹੈ ਜੀ। ਫੋਰ ਐਗਜ਼ਾਮਪਲ, ਜਿਹੜੇ ਇੰਡੀਆ ਵਿੱਚ ਰਹਿੰਦੇ ਨੇ ਮੁਸਲਿਮਸ, ਠੀਕ ਹੈ, ਜਿਹੜੇ ਕਰਦੇ ਨੇ ਇਸਲਾਮ ਨੂੰ ਫੋਲੋ, ਇਸਲਾਮ ਨੂੰ। ਠੀਕ ਹੈ ਜੀ। ਉਹਨਾਂ ਦੇ ਕਈ ਚੀਜ਼ਾਂ ਤਾਂ ਕੋਡੀਫਾਈਡ ਨੇ, ਕਈ ਚੀਜ਼ਾਂ ਤਾਂ ਮੁਸਲਿਮ ਲਾਅ ਦੇ ਅੰਡਰ ਕੋਡੀਫਾਈਡ ਨੇ, ਬਟ ਸਮ ਪ੍ਰੈਕਟਿਸਿਸ ਆਰ ਨੋਟ ਕੋਡੀਫਾਈਡ। ਉਹ ਆਪਣੇ ਧਰਮ ਦੇ ਮੁਤਾਬਿਕ ਹੀ ਉਹਨਾਂ ਚੀਜ਼ਾਂ ਨੂੰ ਫੋਲੋ ਕਰਦੇ ਨੇ, ਜਿਹੜੇ ਕਿ ਹਿੰਦੂ ਡਿਫਰੈਂਟਲੀ ਫੋਲੋ ਕਰਦੇ ਨੇ। ਹਿੰਦੂਜ਼ ਦਾ ਵੀ ਲਾਅ ਜੋ ਕਈ ਕੋਡੀਫਾਈਡ ਨੇ, ਕਈ ਡਿਫਰੈਂਟ ਨੇ। ਠੀਕ ਹੈ ਜੀ। ਆਪਾਂ ਸਾਰੇ ਡਿਟੇਲ ਸਮਝਾਂਗੇ ਅੱਜ ਕਿ ਯੂਨੀਫਾਰਮ ਸਿਵਲ ਕੋਡ ਕੀ ਹੈ। ਠੀਕ ਹੈ ਜੀ। ਤੇ ਇਹ ਨਿਊਜ਼ 'ਚ ਕਿਉਂ ਹੈ? ਇਹ ਨਿਊਜ਼ 'ਚ ਇਸ ਲਈ ਹੈ ਕਿਉਂਕਿ ਰੀਸੈਂਟਲੀ ਆਪਣੇ ਪ੍ਰਾਈਮ ਮਿਨਿਸਟਰ ਨਰਿੰਦਰ ਮੋਦੀ ਜੀ ਨੇ ਇੱਕ ਬਹੁਤ ਹੀ ਸਟਰੋਂਗਲੀ ਇਹਨੂੰ ਪਿਚ ਕੀਤਾ ਸੀ, ਇਸ ਆਈਡੀਆ ਨੂੰ। ਇੱਕ ਸਪੀਚ ਦੇ ਵਿੱਚ ਉਹਨਾਂ ਨੇ ਕਿਹਾ ਸੀ ਕਿ ਇੰਡੀਆ 'ਚ ਬਹੁਤ ਹੀ ਜ਼ਿਆਦਾ ਜ਼ਰੂਰੀ ਹੈ ਇੰਡੀਆ ਦੀ ਡਿਵੈਲਪਮੈਂਟ ਲਈ ਟੂ ਹੈਵ ਅ ਯੂਨੀਫਾਰਮ ਸਿਵਲ ਕੋਡ। ਠੀਕ ਹੈ ਜੀ। ਪਰ ਇਸ 'ਤੇ ਡਿਬੇਟ ਚੱਲ ਰਹੀ ਹੈ, ਕਈ ਇਹਦੇ ਫੇਵਰ 'ਚ ਨੇ, ਕਈ ਅਗੇਂਸਟ ਨੇ। ਆਪਾਂ ਦੇਖਦੇ ਹਾਂ ਵੀ ਇੱਦਾਂ ਕਿਉਂ ਹੈ। ਠੀਕ ਹੈ ਜੀ। ਪਹਿਲਾਂ ਡਿਟੇਲ ਸਮਝਦੇ ਆਪਾਂ ਯੂਨੀਫਾਰਮ ਸਿਵਲ ਕੋਡ ਯਾਨੀ ਕਿ UCC ਹੈ ਕੀ। ਠੀਕ ਹੈ ਜੀ। ਦੇਖੋ ਆਪਾਂ ਗੱਲ ਕੀਤੀ ਜਿਵੇਂ ਟੂ ਹੈਵ ਅ ਕਾਮਨ ਕੋਡ, ਠੀਕ ਹੈ, ਔਰ ਕਾਮਨ ਸੈਟ ਆਫ ਲਾਜ਼ ਰਿਗਾਰਡਲੈਸ ਆਫ ਰਿਲੀਜਨ। ਠੀਕ ਹੈ। ਰਿਲੀਜਨ ਦੇ ਨੂੰ ਛੱਡ ਕੇ, ਮਤਲਬ ਚਾਹੇ ਤੁਸੀਂ ਕਿਸੇ ਵੀ ਧਰਮ ਨੂੰ ਫੋਲੋ ਕਰਦੇ ਹੋ, ਤੁਹਾਡੇ ਤੇ ਜਿਹੜੇ ਲਾਜ਼ ਨੇ, ਹੁਣ ਆਪਾਂ ਦੇਖਦੇ ਲਾਜ਼ ਕਿਸ ਰਿਗਾਰਡਿੰਗ, ਹੈ ਨਾ। ਲਾਜ਼ ਤਾਂ ਬਹੁਤ ਹੁੰਦੇ ਨੇ। ਹੁਣ ਫੋਰ ਐਗਜ਼ਾਮਪਲ ਕੋਈ ਮਰਡਰ ਕਰਦਾ ਹੈ, ਤਾਂ ਮਰਡਰ ਚਾਹੇ ਮੁਸਲਿਮ ਕਰੇ, ਸਿੱਖ ਕਰੇ, ਕੋਈ ਹਿੰਦੂ ਕਰੇ, ਮਰਡਰ ਤਾਂ ਮਰਡਰ ਹੈ, ਉਹਨੂੰ ਸਜ਼ਾ ਮਿਲਣੀ ਹੈ IPC ਦੇ ਅਕੋਰਡਿੰਗ। ਪਰ ਕਈ ਚੀਜ਼ਾਂ ਜਿਵੇਂ ਕਿ ਲਿਖੋ ਮੈਰਿਜ, ਠੀਕ ਹੈ ਜੀ, ਡਿਵੋਰਸ, ਇਨਹੈਰੀਟੈਂਸ ਹੁੰਦਾ ਹੈ ਜਦੋਂ ਆਫਟਰ ਡੈਥ ਆਫ ਫਾਦਰ ਜਿਹੜੀ ਪ੍ਰਾਪਰਟੀ ਹੈ ਉਹ ਅੱਗੇ ਨੈਕਸਟ ਜਨਰੇਸ਼ਨ ਨੂੰ ਜਾਂਦੀ ਹੈ, ਦੈਟ ਇਜ਼ ਕਾਲਡ ਇਨਹੈਰੀਟੈਂਸ। ਠੀਕ ਹੈ ਜੀ। ਤਾਂ ਜਿਹੜੇ ਇਹ ਚੀਜ਼ਾਂ ਨੇ, ਇਹ ਐਸਪੈਕਟਸ ਨੇ ਲਾਈਫ ਦੇ, ਹੈ ਨਾ। ਮੈਰਿਜ, ਡਿਵੋਰਸ, ਈਵਨ ਕਿ ਅਡੋਪਸ਼ਨ ਵੀ ਆ ਗਿਆ ਇਹਦੇ ਵਿੱਚ। ਅਡੋਪਸ਼ਨ ਮਤਲਬ ਕਿਸੇ ਚਾਈਲਡ ਨੂੰ ਅਡੋਪਟ ਕਰਨਾ। ਇਹ ਸਾਰੇ ਦੇ ਰੂਲਸ ਡਿਫਰੈਂਟ ਨੇ ਸਾਰੇ ਰਿਲੀਜਨਸ 'ਚ। ਹੁਣ ਤੁਹਾਨੂੰ ਇਹ ਚੀਜ਼ ਪਹਿਲਾਂ ਸ਼ਾਇਦ ਸੁਣੀ ਹੈ ਜਾਂ ਨਹੀਂ ਸੁਣੀ, ਇੱਕ ਚੀਜ਼ ਤੁਹਾਨੂੰ ਯਾਦ ਆ ਜਾਊਗੀ ਸੁਣ ਕੇ ਮੇਰੀ ਗੱਲ। ਇੱਕ ਚੀਜ਼, ਕੰਸੈਪਟ ਹੁੰਦਾ ਹੈ ਪੋਲੀਗੈਮੀ। ਠੀਕ ਹੈ। ਤੁਸੀਂ ਸੁਣਿਆ ਵੀ ਹੋਵੇ ਸ਼ਾਇਦ ਕਿ ਕਈ ਕਮਿਊਨਿਟੀਜ਼ 'ਚ ਤੇ ਕਈ ਰਿਲੀਜਨਸ 'ਚ ਅਲਾਉਡ ਹੈ ਫॉर ਅ ਮੈਨ ਟੂ ਮੈਰੀ ਮਲਟੀਪਲ ਵੀਮੈਨ। ਠੀਕ ਹੈ ਜੀ। ਕਈ ਔਰਤਾਂ ਨਾਲ ਸ਼ਾਦੀ ਕਰਕੇ ਰਹਿਣਾ ਕਈ ਧਰਮਾਂ 'ਚ ਅਲਾਉਡ ਹੈ, ਕਈ ਧਰਮਾਂ 'ਚ ਨਹੀਂ ਹੈ। ਇਸ ਤੋਂ ਪ੍ਰੂਵ ਹੋ ਰਿਹਾ ਨਾ ਵੀ ਯੂਨੀਫਾਰਮ ਨਹੀਂ ਹੈ ਸਿਸਟਮ, ਵੀ ਕਿਸੇ ਧਰਮ 'ਚ ਅਲਾਉਡ ਹੈ, ਕਿਸੇ ਧਰਮ 'ਚ ਅਲਾਉਡ ਨਹੀਂ ਹੈ। ਤਾਂ ਡਿਬੇਟ ਸਟਾਰਟ ਇੱਥੇ ਹੀ ਹੁੰਦੀ ਹੈ ਕਿ ਲਾਅ ਵੱਡਾ ਕਿ ਧਰਮ। ਠੀਕ ਹੈ। ਵੀ ਇੰਡੀਆ ਵਿੱਚ ਜਿੱਥੇ ਆਪਾਂ ਕਹਿੰਦੇ ਹਾਂ ਯੂਨਿਟੀ ਇਨ ਡਾਈਵਰਸਿਟੀ ਹੈ, ਜਿੱਥੇ ਇੰਨੇ ਸਾਰੇ ਲੋਕ ਅਲੱਗ-ਅਲੱਗ ਕਮਿਊਨਿਟੀਜ਼ ਦੇ, ਕਾਸਟ ਦੇ, ਕਰੀਡ, ਕਲਰ, ਰੇਸ, ਜੈਂਡਰ, ਰਿਲੀਜਨ ਇੱਕ ਨਾਲ ਰਹਿੰਦੇ ਨੇ, ਉੱਥੇ ਡਿਬੇਟ ਉੱਠਦੀ ਇਸ ਜਗ੍ਹਾ ਤੋਂ ਹੈ ਕਿ is it really ਮਤਲਬ important to impose a set of laws on all of us that are similar or that are means ਵੀ ਕੀ ਇਹੀ ਚੀਜ਼ ਰੋਕ ਰਹੀ ਡਿਵੈਲਪਮੈਂਟ ਨੂੰ। ਕਈ ਜਿਹੜੇ ਸਕਾਲਰਸ ਨੇ, ਕਈ ਡਿਬੇਟ ਦੇ ਵਿੱਚ ਕਹਿ ਰਹੇ ਨੇ ਕਿ ਹਾਂਜੀ, ਇੱਕ ਡਿਵੈਲਪਡ ਕੰਟਰੀ ਦੀ ਨਿਸ਼ਾਨੀ ਹੁੰਦੀ ਹੈ ਕਿ ਉਹਦੇ ਸਿਟੀਜ਼ਨਸ ਦੇ ਸਾਰੇ ਲਾਅ ਸੇਮ ਹੋਣ, ਬਟ ਸਮ ਆਰ ਅਗੇਂਸਟ ਇਟ।
ਕਈ ਕਹਿ ਰਹੇ ਨੇ ਕਿ ਇਹ ਨਹੀਂ। ਆਪਾਂ ਦੇਖਦੇ ਡਿਟੇਲ 'ਚ, ਠੀਕ ਹੈ, ਵੀ ਡਿਬੇਟ ਕਿਉਂ ਹੋ ਰਹੀ ਹੈ ਤੇ ਇਹਦੇ ਫੇਵਰ 'ਚ ਕੀ ਪੁਆਇੰਟਸ ਨੇ ਐਂਡ what points are against it। ਠੀਕ ਹੈ ਜੀ, ਇੰਨਾ ਸਮਝ ਆ ਗਿਆ। ਜੇ ਕੋਈ ਡਾਊਟ ਹੈ ਤਾਂ ਪਲੀਜ਼ ਕਮੈਂਟ ਕਰੋ। ਠੀਕ ਹੈ, ਆਪਾਂ ਅੱਗੇ ਵਧਦੇ ਹਾਂ। ਠੀਕ ਹੈ, ਹੁਣ ਦੇਖੋ ਆਪਾਂ ਡਿਸਕਸ ਕਰਦੇ ਹਾਂ ਵੀ ਇਹ ਡਿਬੇਟ ਕਿਉਂ ਹੋ ਰਿਹਾ ਇੰਨਾ ਜ਼ਿਆਦਾ। ਦੇਖੋ, ਪਹਿਲੀ ਗੱਲ ਹੈ ਕਿ ਨਵਾਂ ਨਹੀਂ ਹੈ। ਇਟ ਇਜ਼ ਨੋਟ ਅ ਨਿਊ ਕੰਸੈਪਟ, ਨੋਟ ਅ ਨਿਊ ਕੰਸੈਪਟ। ਇਹ ਆਜ਼ਾਦੀ ਵੇਲੇ ਹੀ ਡਿਬੇਟ ਚੱਲ ਪਈ ਸੀ, during the formation of our constitution। In the constitution assembly itself there was a debate going on whether uniform civil code should be there or not। But see, since at that time we had no access to such kind of resources, है ना, इस तरीके का कोई रिसोर्स नहीं सीगे, इस टाइप ਦਾ ਮਾਹੌਲ ਨਹੀਂ ਸੀ। ਇੰਡੀਆ ਵਾਜ਼ ਅ ਕੰਟਰੀ ਬਟ ਨਾਟ ਅ ਨੇਸ਼ਨ। ਉਸ ਟਾਈਪ ਦੀ ਯੂਨੀਫਿਕੇਸ਼ਨ ਨਹੀਂ ਸੀ ਪ੍ਰੈਜ਼ੈਂਟ। ਉਸ ਟਾਈਮ ਜਿਹੜੇ ਅਲੱਗ-ਅਲੱਗ ਕਮਿਊਨਿਟੀਜ਼ ਸੀਗੀਆਂ ਉਹ ਆਪਣੇ ਆਪਣੇ ਧਰਮਾਂ ਦੇ ਜਿਹੜੇ ਪ੍ਰਿੰਸੀਪਲ ਸੀ ਉਹਨਾਂ ਕਨੀ ਝੁਕਾਅ ਵੱਧ ਸੀ ਤੇ ਕਨਸਟੀਟਿਊਸ਼ਨ ਕਨੀ ਘੱਟ ਸੀ, ਬਿਕੋਜ਼ ਦ ਕਨਸਟੀਟਿਊਸ਼ਨ ਵਾਜ਼ ਅ ਨਿਊ ਕਨਸੈਪਟ। ਬਟ ਅੱਜ ਦਾ ਇੰਡੀਆ ਇਜ਼ ਡਿਫਰੈਂਟ। ਆਫਟਰ 70+ years ਆਫ ਇੰਡੀਪੈਂਡੈਂਸ ਅੱਜ ਸਰਕਾਰ ਇਹ ਸੋਚ ਰਹੀ ਹੈ ਕਿ ਯੂਨੀਫਾਰਮ ਸਿਵਲ ਕੋਡ ਨੂੰ ਇੰਪਲੀਮੈਂਟ ਕਰਨਾ ਪੋਸੀਬਲ ਹੈ। ਠੀਕ ਹੈ ਜੀ, ਆਰਟੀਕਲ 44 ਆਫ ਕਨਸਟੀਟਿਊਸ਼ਨ, ਆਪਣੇ ਸੰਵਿਧਾਨ ਦਾ ਆਰਟੀਕਲ 44 ਇਹ ਕਹਿੰਦਾ ਹੈ ਕਿ ਗਵਰਨਮੈਂਟ ਸ਼ੁੱਡ ਇੰਪਲੀਮੈਂਟ ਯੂਨੀਫਾਰਮ ਸਿਵਲ ਕੋਡ। ਇਹ ਇੱਕ DPSP ਹੈ। DPSP ਹੁੰਦਾ ਹੈ ਡਾਇਰੈਕਟਿਵ ਪ੍ਰਿੰਸੀਪਲਸ ਆਫ ਸਟੇਟ ਪੋਲਿਸੀ। ਇੱਕ ਹਦਾਇਤ ਹੈ, ਇੱਕ ਇਹ ਡਾਇਰੈਕਟਿਵ ਹੈ ਕਿਹਦੇ ਦੁਆਰਾ, ਕਨਸਟੀਟਿਊਸ਼ਨ ਦੁਆਰਾ। ਕਿਹਨੂੰ, ਅੱਜ ਦੀ ਪ੍ਰੈਜ਼ੈਂਟ ਗਵਰਨਮੈਂਟ ਨੂੰ, ਵੀ ਤੁਸੀਂ ਯੂਨੀਫਾਰਮ ਸਿਵਲ ਕੋਡ ਇੰਪਲੀਮੈਂਟ ਕਰੋ ਐਜ਼ ਸੂਨ ਐਜ਼ ਦ ਐਨਵਾਇਰਨਮੈਂਟ ਔਰ ਐਜ਼ ਸੂਨ ਐਜ਼ ਦਾ ਜਿਹੜਾ ਮਾਹੌਲ ਹੈ ਦੇਸ਼ ਦਾ ਤੁਹਾਡਾ ਉਹ ਅਲਾਉ ਕਰੇ। ਠੀਕ ਹੈ, ਹੁਣ ਮਾਹੌਲ ਦਾ ਜ਼ਿਕਰ ਕਿਉਂ ਆਉਂਦਾ ਇੱਥੇ? ਦੇਖੋ, ਹੁਣ ਕਈ ਰਿਲੀਜੀਅਸ ਕਮਿਊਨਿਟੀਜ਼ ਨੇ, ਜਿਵੇਂ ਮੁਸਲਿਮਸ ਹੋ ਗਏ, ਪਾਰਸੀਜ਼ ਹੋ ਗਏ, ਪਾਰਸੀਜ਼, ਠੀਕ ਹੈ ਜੀ, ਕ੍ਰਿਸਚਨਸ ਹੋ ਗਏ, ਐਕਸੈਟਰਾ। ਇਹ ਸਾਰੇ ਕਹਿੰਦੇ ਹੈ, ਇਹ ਸਾਰੇ ਹੀ ਸੋਚਦੇ ਨੇ ਕਿ ਜਿਹੜਾ ਯੂਨੀਫਾਰਮ ਸਿਵਲ ਕੋਡ ਹੈ ਇੱਕ ਸਟੈਪ ਹੈ ਤੁਹਾਡੀ ਯੂਨੀਕਨੈਸ ਨੂੰ ਖਤਮ ਕਰਨ ਦਾ। ਠੀਕ ਹੈ ਜੀ, ਥੀਸ ਕਮਿਊਨਿਟੀਜ਼ ਆਰਗਿਊ ਦੈਟ ਅਸੀਂ ਆਪਣੇ ਪ੍ਰਿੰਸੀਪਲਸ, ਸਾਡੇ ਡਿਫਰੈਂਟ ਲਾਜ਼, ਸਾਡਾ ਵੀ ਪੋਲੀਗੈਮੀ, ਟ੍ਰਿਪਲ ਤਲਾਕ, ਇਨਹੈਰੀਟੈਂਸ, ਕਸਟਡੀ, ਅਡੋਪਸ਼ਨ, ਇਹ ਸਭ ਜਿਹੜੇ ਲਾਜ਼ ਨੇ ਉਹ ਡਿਫਰੈਂਟ ਨੇ, ਸਿਰਫ ਤਾਂ ਹੀ ਅਸੀਂ ਐਗਜ਼ਿਸਟ ਕਰ ਰਹੇ ਹਾਂ। ਠੀਕ ਹੈ, ਇਹ ਸਾਡੀ ਐਗਜ਼ਿਸਟੈਂਸ ਨੂੰ ਖਤਰਾ ਹੈ। ਸਾਨੂੰ ਸਾਰਿਆਂ ਨੂੰ ਮਿਕਸ ਕਰਕੇ ਇੱਕ 'ਚ ਪਾ ਕੇ ਸੇਮ ਲਾਜ਼ ਲਾ ਕੇ ਸਾਡੀ ਆਈਡੈਂਟੀਟੀ ਯਾਨੀ ਕਿ ਪਹਿਚਾਨ ਨੂੰ ਖਤਮ ਕਰ ਦੇਣਗੇ। ਇਹਨਾਂ ਦਾ ਇਹ ਦਾਅਵਾ ਹੈ। ਹੁਣ ਆਪਾਂ ਐਜ਼ ਸਿਵਲ ਸਰਵਿਸ ਐਸਪੀਰੈਂਟਸ ਆਪਾਂ ਨੇ PCS ਦਾ ਪੇਪਰ ਲਿਖਣਾ ਹੈ, ਆਨਸਰ ਕਰਨਾ ਹੈ, ਤੇ ਕੱਲ UPSC ਦਾ ਵੀ ਮੇਨਸ ਲਿਖਣਾ ਹੈ। ਉਹਦੇ ਵਿੱਚ ਆਪਾਂ ਨਾ ਇਹ ਸਾਈਡ ਲੈਣੀ ਹੈ ਨਾ ਉਹ ਸਾਈਡ ਲੈਣੀ ਹੈ। ਠੀਕ ਹੈ, ਆਪਾਂ ਡਿਸਕਸ ਕਰਨਾ ਇਹਨਾਂ ਨੂੰ, ਸਾਰੇ ਮੈਰਿਟਸ ਤੇ ਡੀਮੈਰਿਟਸ ਜੋ ਵੀ ਇਹਦੇ ਪੁਆਇੰਟਸ ਨੇ ਦੋਨੇ ਸਾਈਡਾਂ ਨੂੰ ਆਪਾਂ ਨੇ ਚੰਗੀ ਤਰ੍ਹਾਂ ਸਮਝਣਾ ਹੈ ਕਿ ਸਰਕਾਰ ਦਾ ਕੀ ਵਿਊ ਪੁਆਇੰਟ ਹੈ, ਸਰਕਾਰ ਕਿਉਂ ਲੈ ਕੇ ਆ ਰਹੀ ਹੈ, ਇਹ ਇੰਪੋਰਟੈਂਟ ਕਿਉਂ ਹੈ, ਤੇ ਇਹਦਾ ਇੰਨਾ ਜ਼ਿਆਦਾ ਆਲੋਚਨਾ, ਕ੍ਰਿਟਿਸਿਜ਼ਮ ਕਿਉਂ ਹੋ ਰਿਹਾ ਹੈ। ਠੀਕ ਹੈ ਜੀ, ਸਮਝ ਆਇਆ ਕਿ ਜਿਹੜੀ ਮਾਈਨੋਰਿਟੀ ਕਮਿਊਨਿਟੀਜ਼ ਨੇ, ਕ੍ਰਿਸਚੀਅਨਸ, ਪਾਰਸੀ, ਮੁਸਲਿਮਸ ਵਗੈਰਾ, ਉਹ ਸਮਝਦੇ ਨੇ ਕਿ ਜੋ ਯੂਨੀਫਾਰਮ ਸਿਵਲ ਕੋਡ ਹੈ ਉਹ ਉਹਨਾਂ ਦੀ ਆਇਡੈਂਟੀਟੀ ਨੂੰ ਇੱਕ ਥ੍ਰੈਟ ਹੈ, ਖਤਰਾ ਹੈ, ਇੱਕ ਪਹਿਚਾਨ ਨੂੰ ਖਤਰਾ ਹੈ। ਠੀਕ ਹੈ, ਹੁਣ ਦੇਖੋ ਇਹ ਇੱਕ ਚੀਜ਼ ਪ੍ਰਿੰਸੀਪਲ ਸਮਝੋ, ਇੱਕ ਕਨਸੈਪਟ ਹੁੰਦਾ ਹੈ ਮੈਜੋਰਟੀ ਡੋਮੀਨੇਸ਼ਨ ਦਾ। ਠੀਕ ਹੈ ਜੀ, ਮੈਜੋਰਟੀ ਡੋਮੀਨੇਸ਼ਨ ਜਾਂ ਡੋਮੀਨੇਸ਼ਨ ऑफ मेजोरिटी। ठीक है, जिहड़ी कम्युनिटीज़ ने माइनॉरिटीज़ फील दैट द यूनीफॉर्म सिविल कोड विल इंपोज द डोमीनेशन ऑफ मेजोरिटी। भी जिहड़ी मेजोरिटी कम्युनिटी है ਉਹਦੇ ही प्रिंसिपल्स, ਉਹਦੀ ही ਗੱਲਾਂ ਨੂੰ ਤਵੱਜੋ ਵੱਧ ਮਿਲ ਜੂ ਤੇ ਸਾਡੀ ਉਹੀ ਗੱਲ ਆਪਾਂ ਪਹਿਲਾਂ ਕੀਤੀ ਹੈ ਕਿ ਪਹਿਚਾਨ ਖਤਮ ਹੋ ਜੂਗੀ। ਠੀਕ ਹੈ, ਇਹ ਮਤਲਬ ਉਹਨਾਂ ਦਾ ਜਿਹੜਾ ਉਹ ਹੈ ਇੱਕ ਇਸ ਤੋਂ ਆਪਾਂ ਕਹਿ ਸਕਦੇ ਹਾਂ ਇੱਕ ਤਰ੍ਹਾਂ ਦਾ ਥ੍ਰੈਟ ਫੀਲ ਕਰ ਰਹੇ ਨੇ। ਪਰ ਜਿਹੜਾ ਸਰਕਾਰ ਦਾ ਇੱਕ ਵਿਊ ਪੁਆਇੰਟ ਹੈ ਇਹਦੇ ਰਿਗਾਰਡਿੰਗ ਵੀ ਜ਼ਰੂਰੀ ਕਿਉਂ ਹੈ, ਤੇ ਤੁਸੀਂ ਸੋਚੋ ਵੀ ਇਹ ਜੀ ਕੀ ਚੀਜ਼ ਹੋਣੀ ਕਿ ਆਪਣੇ ਕਨਸਟੀਟਿਊਸ਼ਨ 'ਚ ਵੀ ਲਿਖਿਆ ਹੈ। ਕਨਸਟੀਟਿਊਸ਼ਨ ਤੋਂ ਬੜਾ ਤਾਂ ਕੋਈ ਲਾਅ ਨਹੀਂ ਹੈ ਨਾ, ਇਟ ਇਜ਼ ਦ ਸੁਪਰੀਮ ਲਾਅ ਆਫ ਦ ਲੈਂਡ। ਕਨਸਟੀਟਿਊਸ਼ਨ ਇਜ਼ ਦ ਲਾਅ ਆਫ ਲੈਂਡ, ਹੈ ਨਾ। The law of land, the living document, the mighty constitution, ਇਸ 'ਚ ਲਿਖਿਆ ਹੈ
ਵੀ ਯੂਨੀਫਾਰਮ ਸਿਵਲ ਕੋਡ ਲੈ ਕੇ ਆਣਾ ਆਪਾਂ ਇਵੈਂਚੁਅਲੀ। ਤਾਂ ਇਹ ਮਤਲਬ ਇਹ ਜ਼ਰੂਰੀ ਕਿਉਂ ਹੈ, ਇਹਦੇ ਫੇਵਰ 'ਚ ਕੀ ਪੁਆਇੰਟਸ ਨੇ? ਦੇਖੋ, ਯੂਨੀਫਾਰਮਿਟੀ ਆਲਵੇਜ਼ ਬ੍ਰਿੰਗਸ ਸੀਮਲੈਸਨੈਸ, ਠੀਕ ਹੈ ਜੀ, ਸੀਮਲੈਸਨੈਸ। ਸਾਰੇ ਲॉज ਸੇਮ ਹੋਣਗੇ ਤਾਂ ਉਹਨੂੰ ਇੰਪਲੀਮੈਂਟ ਕਰਨਾ ਆਸਾਨ ਹੋਏਗਾ, ਉਹਨੇ ਟ੍ਰੇਨਿੰਗ ਕਰਨੀ ਆਸਾਨ ਹੋਏਗੀ ਜੁਡੀਸ਼ੀਅਲ ਆਫਿਸਰਸ ਦੀ, ਲਾਇਰਸ ਦੀ, ਠੀਕ ਹੈ। ਤੇ ਆਪਣੇ ਕੰਟਰੀ ਵਿੱਚ ਇੱਕ ਸੀਮਲੈਸਨੈਸ ਆਊਗੀ, ਇੱਕ ਸਮੂਥਨੈਸ ਆਊਗੀ ਸਿਸਟਮ 'ਚ, ਠੀਕ ਹੈ ਜੀ। ਇੰਨੇ ਸੈੱਟ ਆਫ ਲॉज ਨੂੰ ਮੈਨੇਜ ਕਰਨਾ ਸਾਰਾ ਕੁਛ ਬਹੁਤ ਟਾਇਰਸਮ, ਕੰਬਰਸਮ ਤੇ ਬਹੁਤ ਰਿਸੋਰਸ ਕੰਜ਼ਿਊਮਿੰਗ ਪ੍ਰੋਸੈਸ ਹੈ। ਇਸ ਤੋਂ ਇਲਾਵਾ ਹੋਰ ਕੀ ਫਾਇਦਾ ਹੈ ਟੂ ਹੈਵ ਅ ਸਿਮਿਲਰ ਸੈੱਟ ਆਫ ਲॉज ਫॉर एवरीवन, ਠੀਕ ਹੈ। ਇੱਕ ਡਿਵੈਲਪਡ ਕੰਟਰੀ ਦੀ ਨਿਸ਼ਾਨੀ ਹੈ, ਡਿਵੈਲਪਡ ਕੰਟਰੀ ਦੀ, ਕਿ ਆਪਣੀ ਪੋਪੂਲੇਸ਼ਨ, ਆਪਣੀ ਜਨਸੰਖਿਆ ਧਾਰਮਿਕ ਲਾਈਨਸ, ਰਿਲੀਜੀਅਸ ਲਾਈਨਸ ਤੋਂ ਉੱਪਰ ਉੱਠ ਕੇ ਵੀ ਸੋਚ ਪਾ ਰਹੀ ਹੈ ਤੇ ਹੈਵਿੰਗ ਇੰਡੀਪੈਂਡੈਂਟ ਸੈਟ ਆਫ ਰੂਲਸ ਐਂਡ ਲॉज ਔਰ ਹੈਵਿੰਗ ਪਾਰਸ਼ੀਅਲ, ਵੀ ਕੈਨ ਇੰਪਾਰਸ਼ੀਅਲ ਸੈਟ ਆਫ ਲॉज ਜਿਹੜੀ ਕਾਮਨ ਹੈ ਸਭ ਲਈ, ਦੇ ਆਰ ਨੋਟ ਟਰਬਲਸਮ ਫॉर them, ਠੀਕ ਹੈ। ਇਟ ਇਜ਼ ਨੋਟ ਟਰਬਲਿੰਗ ਫॉर them ਟੂ ਹੈਵ ਅ ਸੇਮ ਸੈਟ ਆਫ ਲॉज। ਮਤਲਬ ਉਹ ਆਪਣੇ ਆਪ ਨੂੰ ਇੱਕ ਮੋਡਰਨਿਟੀ ਦੇ ਤਰਫ ਲੈ ਕੇ ਜਾ ਰਹੇ ਨੇ, ਜਿਹੜਾ ਕਿ ਇੱਕ ਬਹੁਤ ਜ਼ਿਆਦਾ ਕੀ ਹੈ, ਪੋਜ਼ਿਟਿਵ ਸਟੈਪ ਹੈ। ਆਈ ਹੋਪ ਕਿ ਤੁਹਾਨੂੰ ਸਮਝ ਆ ਰਿਹਾ ਹੋਵੇਗਾ ਮੈਂ ਕੀ ਗੱਲ ਕਰ ਰਿਹਾ, ਠੀਕ ਹੈ ਜੀ। ਤਾਂ ਚਲੋ ਇਹ ਸੀ ਆਪਣੀ ਡਿਬੇਟ, ਹੈ ਨਾ, ਵੀ ਦੋਨਾਂ ਤਰਫ ਤੋਂ। ਹੁਣ ਇੰਡੀਆ ਦੀ ਇੱਕ ਸਟੇਟ ਹੈ ਗੋਆ, ਸਾਰੇ ਉੱਥੇ ਵੈਕੇਸ਼ਨ 'ਚ ਆਉਂਦੇ ਨੇ ਬੀਚ ਤੇ, ਤਾਂ ਬਹੁਤ ਫੇਮਸ ਹੈ, ਸਭ ਨੂੰ ਪਤਾ ਹੋਏਗਾ। ਇੰਡੀਆ ਦੀ ਸਟੇਟ ਹੈ ਗੋਆ ਨਾਮ ਦੀ। ਉਸ ਸਟੇਟ ਦੇ ਵਿੱਚ ਯੂਨੀਫਾਰਮ ਸਿਵਲ ਕੋਡ ਆਲਰੇਡੀ ਹੈ, ਠੀਕ ਹੈ ਜੀ। ਗੋਆ ਦੇ ਵਿੱਚ UCC ਪ੍ਰੈਜ਼ੈਂਟ ਹੈ ਸਟੇਟ ਲੈਵਲ ਤੇ, ਠੀਕ ਹੈ ਜੀ। UCC ਨੂੰ ਪਹਿਲਾਂ ਹੀ ਇੰਪਲੀਮੈਂਟ ਕੀਤਾ ਹੋਇਆ ਹੈ, ਉੱਥੇ ਉਹਨੂੰ ਕਹਿੰਦੇ ਨੇ ਗੋਆ ਸਿਵਲ ਕੋਡ, ਦੈਟ ਇਜ਼ ਕਾਲਡ ਗੋਆ ਸਿਵਲ ਕੋਡ, ਠੀਕ ਹੈ ਜੀ। ਉੱਥੇ ਦੇ ਸਾਰੇ ਸਿਟੀਜ਼ਨਸ ਦੇ ਉੱਪਰ ਲਾਗੂ ਹੁੰਦਾ ਹੈ ਤੇ ਈਵਨ ਕਿ ਸੈਂਟਰ 'ਚ ਵੀ BJP ਸਪੈਸੀਫਿਕਲੀ ਬਹੁਤ ਹੀ ਟਾਈਮ ਤੋਂ ਇਹਨੂੰ ਫੇਵਰ 'ਚ ਕਰ ਰਹੀ ਹੈ ਕਿ ਇਟ ਸ਼ੁੱਡ ਬੀ ਦੇਅਰ, ਠੀਕ ਹੈ। ਤੇ ਤੁਸੀਂ ਨੋਟ ਕਰੋ, ਜੂਨ ਦੇ ਵਿੱਚ 2023 ਦੇ ਵਿੱਚ ਰੀਸੈਂਟਲੀ ਕੀ ਹੋਇਆ ਸੀ, 22nd ਲਾਅ ਕਮਿਸ਼ਨ, ਆਪਣੇ ਲਾਅ ਕਮਿਸ਼ਨ ਹੁੰਦੀ ਹੈ, ਰਿਪੋਰਟਸ ਦਿੰਦੀ ਹੈ। ਲਾਅ ਕਮਿਸ਼ਨ ਨੇ ਕਿਹਾ ਸੀ ਕਿ ਅਲੱਗ-ਅਲੱਗ ਕਮਿਊਨਿਟੀਜ਼ ਜਿਹੜੇ ਪੀਪਲ ਨੇ ਆਪਣੇ ਵਿਚਾਰ ਦੇਣ, ਉਹਨਾਂ ਨੇ ਵਿਊਜ਼ ਮੰਗੇ ਸੀ ਲੋਕਾਂ ਤੋਂ ਯੂਨੀਫਾਰਮ ਸਿਵਲ ਕੋਡ ਬਾਰੇ, ਤਾਂ ਕਿ ਸਰਕਾਰ ਸਾਰੇ ਵਿਊ ਪੁਆਇੰਟਸ ਨੂੰ ਉਹ ਕਰਕੇ ਨਾਪ ਤੋਲ ਕੇ ਇੱਕ ਇਨਫੋਰਮਡ ਡਿਸੀਜਨ ਲੈ ਸਕੇ, ਜਿਹਦੇ ਅਗੇਂਸਟ ਕੋਈ ਬੈਕਲੈਸ਼ ਨਾ ਹੋਵੇ ਤੇ ਸਿਟੀਜ਼ਨਸ ਸਾਰੇ ਇੱਕੋ ਹੀ ਪੇਜ ਤੇ ਹੋਣ, ਮਤਲਬ ਸਾਰੇ ਹੀ ਫੇਵਰ 'ਚ ਹੋਣ ਜਾਂ ਸਾਰੇ ਅਗੇਂਸਟ ਹੋਣ। ਮਤਲਬ ਸਰਕਾਰ ਚਾਹੁੰਦੀ ਹੈ ਕਿ ਪੀਪਲ ਨੂੰ ਨਾਲ ਲੈ ਕੇ ਚੱਲੇ, ਜਿਵੇਂ ਕਿ ਕਾਫੀ ਰੂਲਸ ਐਂਡ ਰੈਗੂਲੇਸ਼ਨਸ ਨੂੰ ਲਿਆਉਣ ਤੋਂ ਪਹਿਲਾਂ ਸਟੇਕ ਹੋਲਡਰਸ ਨੂੰ ਇੱਕ ਵਾਰੀ ਕੰਸਲਟ ਕੀਤਾ ਜਾਂਦਾ ਹੈ, ਠੀਕ ਹੈ ਜੀ। ਤੇ ਐਜ਼ ਸਿਟੀਜ਼ਨਸ ਆਫ ਇੰਡੀਆ ਆਪਾਂ ਵੀ ਚਾਹੁੰਦੇ ਹਾਂ ਅਗਰ, ਤਾਂ ਆਪਾਂ ਵੀ ਸਰਕਾਰ ਨੂੰ ਮੇਲ ਕਰ ਸਕਦੇ ਹਾਂ, ਠੀਕ ਹੈ ਜੀ। ਸਰਚ ਕਰ ਸਕਦੇ ਹਾਂ ਗੂਗਲ ਤੇ ਵੀ ਕਿਵੇਂ ਕੰਟੈਕਟ ਕਰਨਾ ਹੈ, ਤਾਂ ਆਪਣੇ ਵਿਚਾਰ ਲਿਖ ਕੇ ਭੇਜ ਸਕਦੇ ਹਾਂ, ਠੀਕ ਹੈ। ਤਾਂ ਇਹ ਕੰਪਲੈਕਸ ਕੰਟਰੋਵਰਸ਼ੀਅਲ ਇਸ਼ੂਜ਼ ਸੀ, ਜਿਹਦੇ ਵਿੱਚ ਲੀਗਲ, ਕੌਨਸਟੀਟਿਊਸ਼ਨਲ, ਸੋਸ਼ਲ, ਰਿਲੀਜੀਅਸ ਤੇ ਪੋਲੀਟੀਕਲ ਡਾਇਮੈਂਸ਼ਨਸ ਨੇ, ਠੀਕ ਹੈ ਜੀ। ਇਹਦੇ ਐਡਵਾਂਟੇਜਸ ਵੀ ਨੇ, ਡਿਸਐਡਵਾਂਟੇਜਸ ਵੀ ਨੇ, ਇਹ ਮੈਟਰ ਕਰਦਾ ਹੈ ਵੀ ਤੁਸੀਂ ਕਿਸ ਨੂੰ ਪੁੱਛ ਰਹੇ ਹੋ, ਠੀਕ ਹੈ ਜੀ। ਇਟ ਹੈਜ਼ ਬੋਥ ਐਡਵਾਂਟੇਜਸ ਐਂਡ ਡਿਸਐਡਵਾਂਟੇਜਸ। ਤਾਂ ਆਪਾਂ ਉਸ ਚੀਜ਼ 'ਚ ਨਹੀਂ ਜਾਣਾ, ਆਪਾਂ ਕਿਸੇ ਸਾਈਡ ਤੇ ਨਹੀਂ ਹੈਗੇ, ਆਪਾਂ ਉਸ ਸਾਈਡ ਤੇ ਹਾਂ ਜੋ ਆਪਣੇ ਦੇਸ਼ ਨੂੰ ਤਰੱਕੀ ਕਰੇ, ਠੀਕ ਹੈ ਜੀ। ਹੁਣ ਦੇਸ਼ 'ਚ ਕਮਿਊਨਲ ਵਾਇਲੈਂਸ ਹੋ ਜਾਏ, ਸਪੋਜ਼ ਕਰੋ ਕਮਿਊਨਲ ਵਾਇਲੈਂਸ ਹੋ ਜਾਏ, ਠੀਕ ਹੈ। ਇਹ ਕੋਈ ਵੀ ਨਹੀਂ ਚਾਹੇਗਾ ਕਿ ਧਰਮ ਦੇ ਨਾਮ ਤੇ ਲੜਾਈ ਹੋਵੇ, ਠੀਕ ਹੈ। ਤਾਂ ਉਹ ਤਰੱਕੀ ਦੀ ਰਾਹ 'ਚ ਇੱਕ ਬਹੁਤ ਬੜਾ ਰੋਡ ਬਲੋਕ ਹੋਏਗਾ। ਤਾਂ ਆਪਾਂ ਕੁਝ ਇਹੋ ਜਿਹਾ ਸਟੈਪ ਵੀ ਨਹੀਂ ਲੈ ਸਕਦੇ ਕੱਲ੍ਹ ਨੂੰ ਐਜ਼ ਆਫਿਸਰਸ, ਜਿਹੜਾ ਕਿ ਲੜਾਈ ਕਰਾਏ ਧਰਮਾਂ ਦੀ, ਨਾ ਕੋਈ ਇਹੋ ਜਿਹਾ ਸਟੈਪ ਲੈ ਸਕਦੇ ਹਾਂ ਜਿਹਦੇ ਕਰਕੇ ਆਪਣਾ ਦੇਸ਼ ਤਰੱਕੀ ਨਾ ਕਰ ਸਕੇ। ਤਾਂ ਦੋਨੇ ਪਾਸੇ ਹੀ ਇਕੁਅਲ ਚੱਲਦਾ ਹੈ, ਠੀਕ ਹੈ। ਤਾਂ ਇਹਦਾ ਜਿਹੜਾ ਕਨਕਲੂਜਨ ਹੈ, ਅਗਰ ਮੇਨਸ 'ਚ ਆਂਸਰ ਆਉਂਦਾ ਆਪਾਂ ਲਿਖਾਂਗੇ, ਇਟ ਰਿਕੁਆਇਰਸ ਅ ਵਾਈਡ ਐਂਡ ਇਨਕਲੂਸਿਵ ਕੰਸਲਟੇਸ਼ਨ ਪ੍ਰੋਸੈਸ, ਠੀਕ ਹੈ, that involves all stakeholders and addresses their concerns and aspirations, ਠੀਕ ਹੈ। ਮਤਲਬ ਇਹੋ ਜਿਹਾ ਪ੍ਰੋਸੈਸ ਹੋਵੇ ਜਿਹੜਾ ਸਾਰੇ ਸਟੇਕ ਹੋਲਡਰਸ ਨਾਲ ਲੈ ਕੇ ਸਾਰੇ ਧਰਮਾਂ ਦੇ ਮੁਖੀਆਂ ਨੂੰ ਜਾਂ ਧਰਮਾਂ ਦੇ ਰਿਪਰੈਜ਼ੈਂਟੇਟਿਵਸ ਨੂੰ ਸੰਤੁਸ਼ਟ ਕਰਕੇ ਹੀ ਇੰਪਲੀਮੈਂਟ ਹੋਵੇ। ਇੱਦਾਂ ਕੱਚਾ ਪੱਕਾ ਇੰਪਲੀਮੈਂਟ ਹੋਇਆ ਕੈਨ ਲੀਡ ਟੂ ਕਮਿਊਨਲ ਟੈਂਸ਼ਨਸ, ਠੀਕ ਹੈ ਜੀ। I hope you found this video informative and interesting, ठीक है। अगर ਤੁਹਾਨੂੰ ਵੀਡੀਓ ਅੱਛੀ ਲੱਗੀ ਹੋਵੇ ਪਲੀਜ਼ ਲਾਈਕ, ਸ਼ੇਅਰ ਐਂਡ ਸਬਸਕ੍ਰਾਈਬ ਟੂ ਮਾਈ ਚੈਨਲ, ਜਿਹਦਾ ਨਾਮ ਹੈ ਦਿੱਲੀ IAS ਪਟਿਆਲਾ ਪਾਵਰ ਅਪ ਅਕੈਡਮੀ। ਤੇ
ਸਾਡਾ ਇੱਕ ਲਾਈਵ ਬੈਚ ਚੱਲ ਰਿਹਾ ਆਲਰੇਡੀ PCS 2023 ਲਈ। ਜਿਵੇਂ ਕਿ ਇਸ ਵਾਰ ਜਿਹੜੀ PCS ਦੀ ਐਡਵਰਟੀਜ਼ਮੈਂਟ ਹੈ ਉਹ ਐਕਸਪੈਕਟਿਡ ਹੈ ਕਿ 2023 ਚ ਸੈਪਟੈਂਬਰ ਜਾਂ ਅਕਤੂਬਰ ਚ ਐਡ ਆਏਗੀ। ਤਾਂ ਤੁਸੀਂ ਤਿਆਰੀ ਸ਼ੁਰੂ ਕਰ ਦਿਓ। ਅਗਰ ਤੁਸੀਂ ਵਰਕਿੰਗ ਪ੍ਰੋਫੈਸ਼ਨਲ ਹੋ, ਲਾਈਕ ਯੂ ਆਰ ਆਲਰੇਡੀ ਸਰਵਿੰਗ ਪਟਵਾਰੀ, ਜਾਂ ਤੁਸੀਂ ਕਿਸੇ ਹੋਰ ਪੋਸਟ ਸਰਵ ਕਰ ਰਹੇ ਹੋ, ਇਧਰ ਪਬਲਿਕ ਪ੍ਰਾਈਵੇਟ, ਔਰ ਯੂ ਆਰ ਅ ਸਟੂਡੈਂਟ ਫੁੱਲ ਟਾਈਮ ਪ੍ਰਿਪੇਅਰ ਵੀ ਕਰ ਰਹੇ ਹੋ, ਸਟਿਲ ਯੂ ਕੈਨ ਜੁਆਇਨ ਆਰ ਬੈਚ। ਠੀਕ ਹੈ ਜੀ। PCS ਦਾ 2023 ਦਾ ਬੈਚ ਚੱਲ ਰਿਹਾ ਹੈ ਅਤੇ UPSC ਦਾ ਵੀ ਚੱਲ ਰਿਹਾ ਹੈ 2024 ਲਈ। ਠੀਕ ਹੈ, ਸਾਡੇ ਕਾਫੀ ਸਟੂਡੈਂਟਸ ਨੇ UPSC 2023 ਦਾ ਪ੍ਰੀਲਿਮਸ ਕੁਆਲੀਫਾਈ ਕੀਤਾ, ਜਿਨ੍ਹਾਂ ਨੇ ਉਹਨਾਂ ਦੀ ਮੇਨਸ ਕਲਾਸਿਸ ਚੱਲ ਰਹੀਆਂ, ਆਪਸ਼ਨਲ ਚੱਲ ਰਿਹਾ। ਆਪਸ਼ਨਲ ਆਪਣੇ ਕੋਲ ਸੋਸ਼ੀਓਲੋਜੀ ਅਵੇਲੇਬਲ ਹੈ ਜੀ, ਸੋਸ਼ੀਓਲੋਜੀ ਐਂਡ ਸਾਈਕੋਲੋਜੀ। ਸੋਸ਼ੀਓਲੋਜੀ ਅਤੇ ਸਾਈਕੋਲੋਜੀ ਦੋ ਆਪਸ਼ਨਲਸ ਅਵੇਲੇਬਲ ਨੇ, ਆਪਣੇ ਬੈਚ 'ਚ ਚੱਲ ਰਹੇ ਹੈ। ਮੇਨਸ ਆਨਸਰ ਰਾਈਟਿੰਗ ਪ੍ਰੋਗਰਾਮ ਵੀ ਚੱਲ ਰਿਹਾ ਹੈ, ਪ੍ਰੀਲਿਮਸ ਦੀ ਵੀ ਚੱਲ ਰਹੀਆਂ ਕਲਾਸਾਂ। ਤਾਂ ਤੁਸੀਂ ਜੁਆਇਨ ਕਰਨਾ ਹੈ ਤਾਂ ਸਾਡੇ ਨੰਬਰ 'ਤੇ 9041133344 'ਤੇ ਕੰਟੈਕਟ ਕਰ ਸਕਦੇ ਹੋ। ਕਲਾਸਿਸ ਆਨਲਾਈਨ ਹੋਣਗੀਆਂ, ਪ੍ਰੋਪਰ ਲਾਈਵ ਕਲਾਸ ਹੋਊ। ਆਨਲਾਈਨ ਦਾ ਮਤਲਬ ਇਹ ਨਹੀਂ ਹੋਊਗਾ ਵੀ ਟੀਚਰ ਬੋਲੀ ਜਾ ਰਿਹਾ, ਟੀਚਰ ਨੂੰ ਕੁਝ ਪਤਾ ਨਹੀਂ ਵੀ ਸਟੂਡੈਂਟ ਸੁਣ ਰਿਹਾ ਕਿ ਨਾ। ਸਾਡੇ ਬੈਚ ਬਹੁਤ ਲਿਮਿਟਿਡ ਹੁੰਦੇ ਨੇ, ਅਤੇ ਸਭ ਤੋਂ ਵੱਡੀ ਗੱਲ ਸਾਡੇ ਜਿਹੜੇ ਫੇਮਸ ਹੈ, ਸਾਡੇ ਸਟੂਡੈਂਟਸ ਵੀ ਜਾਣਦੇ ਨੇ ਕਿ ਪਰਸਨਲ ਅਟੈਂਸ਼ਨ। ਹਰ ਇੱਕ ਸਟੂਡੈਂਟ ਨੂੰ ਇੰਡੀਵਿਜੂਅਲ ਅਟੈਂਸ਼ਨ ਮਿਲੂਗੀ ਅਤੇ ਇੰਡੀਵਿਜੂਅਲ ਸੈੱਟ ਆਫ ਬੁੱਕਸ ਅਤੇ ਨੋਟਸ ਮਿਲਣਗੇ। ਐਂ ਨਹੀਂ ਹੈਗਾ ਦੇਖੋ ਵੀ ਤੁਹਾਨੂੰ ਪੋਲਿਟੀ ਸਟਰੋਂਗ ਹੈ ਤਾਂ ਤੁਹਾਨੂੰ ਲਕਸ਼ਮੀਕਾਂਤ ਕਰਾ ਦਾਂਗੇ, ਸਪੋਜ਼ ਕਰੋ ਕਿਸੇ ਪੋਲਿਟੀ ਸਟਰੋਂਗ ਨਹੀਂ ਹੈਗੀ, ਤੁਹਾਨੂੰ NCERTs ਵੀ ਕਰਵਾ ਸਕਦੇ ਹਾਂ। ਇਹ ਸਾਡੇ 'ਤੇ ਡਿਪੈਂਡ ਕਰੇਗਾ, ਅਸੀਂ ਤੁਹਾਡਾ ਲੈਵਲ ਚੈੱਕ ਕਰਾਂਗੇ। ਅਸੀਂ ਐਂ ਨਹੀਂ ਕਹਾਂਗੇ ਵੀ ਸਭ ਨੂੰ NCERT ਪੜ੍ਹ ਕੇ ਆਓ ਪਹਿਲਾਂ ਤਾਂ ਪੜ੍ਹਾਵਾਂਗੇ, ਨਹੀਂ। ਕਿਸੇ ਸਟੂਡੈਂਟ ਦਾ ਕੋਈ ਸਬਜੈਕਟ ਪੱਕਾ ਹੁੰਦਾ ਹੈ, ਕਿਸੇ ਦਾ ਕੋਈ ਨਹੀਂ ਹੁੰਦਾ, ਤਾਂ ਉਸ ਅਕੋਰਡਿੰਗ ਟੇਲਰ ਮੇਡ ਸਟ੍ਰੈਟਜੀ ਬਣੇਗੀ ਅਕੋਰਡਿੰਗ ਟੂ ਯੋਰ ਇੰਡੀਵਿਜੂਅਲ ਪਰਫੋਰਮੈਂਸ। ਤਾਂ ਉਸ ਦੇ ਅਕੋਰਡਿੰਗ ਤੁਹਾਡਾ ਬੁੱਕ ਸੈੱਟ ਬਣੇਗਾ, ਉਸ ਦੇ ਅਕੋਰਡਿੰਗ ਹੀ ਸਭ ਕੁਝ ਹੋਏਗਾ। ਅਤੇ ਜੋ ਵੀ ਬੁੱਕਸ ਨੋਟਸ, ਠੀਕ ਹੈ ਜੀ, ਬੁੱਕਸ ਨੋਟਸ ਸਭ ਕੁਛ ਇਨਕਲੂਡਿਡ ਹੈ। ਜੋ ਵੀ ਸਾਡੇ ਪੈਕੇਜਸ ਨੇ, ਤੁਹਾਨੂੰ ਕੁਛ ਵੀ ਬਾਜ਼ਾਰ 'ਚੋਂ ਨਹੀਂ ਲੈਣਾ ਪਏਗਾ, ਸਭ ਕੁਝ ਤੁਹਾਡੇ ਘਰ ਪਹੁੰਚਾਇਆ ਜਾਏਗਾ ਥਰੂ ਪੋਸਟ, ਪਾਰਸਲ ਕੀਤਾ ਜਾਏਗਾ ਸਭ ਕੁਝ। ਤੁਸੀਂ ਸਿਰਫ ਇੱਕ ਚੀਜ਼ ਦੇਣੀ ਹੈ ਸਾਨੂੰ, ਡੈਡੀਕੇਸ਼ਨ। ਠੀਕ ਹੈ ਜੀ। ਅਤੇ ਉਮੀਦ ਕਰਦੇ ਹਾਂ ਤੁਹਾਨੂੰ ਜਲਦੀ ਹੀ ਅਸੀਂ ਐਜ਼ ਐਨ ਆਫਿਸਰਸ ਦੇਖਾਂਗੇ। ਤਾਂ ਇਸ ਵੀਡੀਓ 'ਚ ਇੰਨਾ ਹੀ ਸੀ। ਵੀਡੀਓ ਦੇਖਣ ਲਈ ਤੁਹਾਡਾ ਬਹੁਤ ਬਹੁਤ ਥੈਂਕ ਯੂ। ਬਾਏ ਬਾਏ।